ਓਮ ਸ਼ਾਂਤੀ। ਅੱਜ ਸੁਣਦੇ ਹਾਂ 23 ਅਪ੍ਰੈਲ 2022 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਭੁੱਲੇ ਮਿੱਠੇ ਬੱਚੇ, ਬਾਪ ਨੂੰ ਯਾਦ ਕਰਨ ਦੀ ਆਦਤ ਪਾਓ ਤਾਂ ਦੇਹੀ ਅਭਿਮਾਨੀ ਬਣ ਜਾਓਗੇ। ਨਸ਼ਾ ਖੁਸ਼ੀ ਕਾਇਮ ਰਹੇਗੀ, ਚਲਨ ਸੁਧਰਦੀ ਜਾਵੇਗੀ। ਪ੍ਰਸ਼ਨ ਹੈ, ਗਿਆਨ ਅੰਮ੍ਰਿਤ ਪੀਂਦੇ ਹੋਏ ਵੀ ਕਈ ਬੱਚੇ ਟ੍ਰੇਟਰ ਬਣ ਜਾਂਦੇ ਨੇ, ਕਿਵੇਂ? ਗਿਆਨ ਅੰਮ੍ਰਿਤ ਪੀਂਦੇ ਹੋਏ ਵੀ ਕਈ ਬੱਚੇ ਟ੍ਰੇਟਰ ਬਣ ਜਾਂਦੇ ਨੇ, ਕਿਵੇਂ? ਉੱਤਰ, ਜੋ ਇੱਕ ਪਾਸੇ ਗਿਆਨ ਅੰਮ੍ਰਿਤ ਪੀਂਦੇ ਦੂਜੇ ਪਾਸੇ ਜਾ ਕੇ ਗੰਦ ਕਰਦੇ, ਮਤਲਬ ਆਸੁਰੀ ਚਲਨ ਚੱਲ ਡਿਸ ਸਰਵਿਸ ਕਰਦੇ, ਈਸ਼ਵਰ ਦੇ ਬੱਚੇ ਬਣ ਕੇ ਆਪਣੀ ਚਲਨ ਸੁਧਾਰਦੇ ਨਹੀਂ, ਆਪਸ ਵਿੱਚ ਮਾਇਆਵੀ ਗੱਲਾਂ ਕਰਦੇ, ਇੱਕ ਦੋ ਨੂੰ ਦੁਖੀ ਕਰਦੇ, ਉਹਨੇ ਟ੍ਰੇਟਰ। ਬਾਬਾ ਕਹਿਣ, ਬੱਚੇ ਤੁਸੀਂ ਇੱਥੇ ਆਏ ਹੋ ਆਸੁਰ ਤੋਂ ਦੇਵਤਾ ਬਣਨ। ਹਮੇਸ਼ਾ ਇੱਕ ਦੋ ਵਿੱਚ ਗਿਆਨ ਦੀ ਚਰਚਾ ਕਰੋ, ਦੈਵੀ ਗੁਣ ਧਾਰਨ ਕਰੋ, ਅੰਦਰ ਜੋ ਵੀ ਅਵਗੁਣ ਨੇ ਉਹਨਾਂ ਨੂੰ ਕੱਢ ਦਿਓ, ਬੁੱਧੀ ਨੂੰ ਸਵੱਛ ਸਾਫ਼ ਬਣਾਓ। ਗੀਤ ਹੈ, ਤਕਦੀਰ ਜਗਾ ਕੇ ਆਈ ਹਾਂ। ਓਮ ਸ਼ਾਂਤੀ। ਬੱਚਿਆਂ ਨੇ ਗੀਤ ਸੁਣਿਆ, ਬੱਚਿਆਂ ਨੇ ਹੀ ਗਾਇਆ। ਕੋਈ ਵੀ ਸਕੂਲ ਵਿੱਚ ਜਦ ਜਾਂਦੇ ਹਾਂ ਤਕਦੀਰ ਬੁੱਧੀ ਵਿੱਚ ਰਹਿੰਦੀ ਹੈ। ਇਹ ਇਮਤਿਹਾਨ ਪਾਸ ਕਰਾਂਗਾ, ਬੁੱਧੀ ਵਿੱਚ ਤਕਦੀਰ ਦੀ ਏਮ ਆਬਜੈਕਟ ਰਹਿੰਦੀ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ, ਅਸੀਂ ਆਪਣੀ ਤਕਦੀਰ ਵਿੱਚ ਨਵੀਂ ਦੁਨੀਆ ਨੂੰ ਧਾਰਨ ਕਰ ਬੈਠੇ ਹਾਂ। ਨਵੀਂ ਦੁਨੀਆ ਨੂੰ ਰਚਣ ਵਾਲਾ ਪਰਮ ਪਿਤਾ ਪਰਮਾਤਮਾ। ਅਸੀਂ ਵਰਸਾ ਲੈਣ ਦੀ ਤਕਦੀਰ ਲੈ ਆਏ ਹਾਂ। ਕਿਹੜਾ ਵਰਸਾ? ਮਨੁੱਖ ਤੋਂ ਦੇਵਤਾ, ਨਰ ਤੋਂ ਨਾਰਾਇਣ ਬਣਨ ਦਾ ਵਰਸਾ। ਇਸ ਰਾਵਣ ਦੇ ਭ੍ਰਿਸ਼ਟਾਚਾਰੀ ਰਾਜ ਤੋਂ ਲੈ ਜਾਂਦੇ ਨੇ। ਇਹ ਹੈ ਰਾਵਣ ਦਾ ਭ੍ਰਿਸ਼ਟਾਚਾਰੀ ਰਾਜ। ਭ੍ਰਿਸ਼ਟਾਚਾਰੀ ਵਿਕਾਰ ਨਾਲ ਪੈਦਾ ਹੁੰਦੇ ਨੇ, ਵਿਕਾਰੀ ਨੂੰ ਭ੍ਰਿਸ਼ਟ ਕਿਹਾ ਜਾਂਦਾ ਹੈ। ਭਗਵਾਨੋਵਾਚ, ਕਾਮ ਮਹਾਸ਼ਤਰੂ ਹੈ। ਤੁਸੀਂ ਇਹਨਾਂ ਤੇ ਜਿੱਤ ਪਾਣੀ ਹੈ ਤਾਂ ਹੀ ਸ੍ਰੇਸ਼ਟਾਚਾਰੀ ਬਣੋਗੇ। ਭਾਰਤ ਹੀ ਸ੍ਰੇਸ਼ਟਾਚਾਰੀ, ਭਾਰਤ ਹੀ ਭ੍ਰਿਸ਼ਟਾਚਾਰੀ ਬੰਦਾ ਹੈ। ਮੂਤ ਪਲੀਤੀ ਨੂੰ ਭ੍ਰਿਸ਼ਟਾਚਾਰੀ ਕਿਹਾ ਜਾਂਦਾ। ਸਤਯੁਗ ਵਿੱਚ ਭ੍ਰਿਸ਼ਟਾਚਾਰੀ ਨਹੀਂ ਹੁੰਦੇ ਕਿਉਂਕਿ ਉੱਥੇ ਮਾਇਆ ਦਾ ਰਾਜ ਨਹੀਂ। ਇਸ ਸਮੇਂ ਹੈ ਰਾਵਣ ਰਾਜ। ਸਭ ਵਿੱਚ ਪੰਜ ਵਿਕਾਰ ਨੇ। ਸਤਯੁਗ ਵਿੱਚ ਜੇ ਰਾਵਣ ਰਾਜ ਹੁੰਦਾ ਉੱਥੇ ਵੀ ਰਾਵਣ ਨੂੰ ਸਾੜਦੇ। ਉੱਥੇ ਗੱਲਾਂ ਨਹੀਂ ਹੁੰਦੀਆਂ, ਉੱਥੇ ਨੇ ਸ੍ਰੇਸ਼ਟਾਚਾਰੀ। ਭ੍ਰਿਸ਼ਟਾਚਾਰੀ ਦੁਨੀਆ ਵਿੱਚ ਕੋਈ ਉੱਚ ਪੋਜੀਸ਼ਨ ਤੇ ਹੈ, ਸਭ ਉਹਨਾਂ ਨੂੰ ਮੰਨਦੇ ਨੇ। ਜਿਵੇਂ ਸੰਨਿਆਸੀ ਬਹੁਤ ਚੰਗੀ ਪੋਜੀਸ਼ਨ ਤੇ ਨੇ, ਸਭ ਉਹਨਾਂ ਨੂੰ ਮੰਨਦੇ ਨੇ ਨਾ, ਕਿਉਂਕਿ ਉਹ ਪਵਿੱਤਰ ਰਹਿੰਦੇ ਨੇ, ਤਾਂ ਸਭ ਉਹਨਾਂ ਨੂੰ ਚੰਗਾ ਸਮਝਦੇ ਨੇ। ਗਵਰਨਮੈਂਟ ਵੀ ਆਪਣੇ ਤੋਂ ਚੰਗਾ ਸਮਝਦੀ ਹੈ, ਉਹਨਾਂ ਨੂੰ ਆਪਣਾ ਰਾਜ ਗੁਰੂ ਵੀ ਬਣਾਉਂਦੀ ਹੈ। ਸਤਯੁਗ ਵਿੱਚ ਗੁਰੂ ਦਾ ਨਾਮ ਨਹੀਂ ਹੁੰਦਾ। ਗੁਰੂ ਮਤਲਬ ਸਦ ਗਤੀ ਕਰਨ ਵਾਲਾ। ਸ਼ਾਸਤਰਾਂ ਵਿੱਚ ਕਹਾਣੀਆਂ ਤਾਂ ਬਹੁਤ ਬਣਾ ਦਿੱਤੀਆਂ। ਰਾਜਾ ਜਨਕ ਨੇ ਉਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ, ਜਿਨ੍ਹਾਂ ਵਿੱਚ ਬ੍ਰਹਮ ਗਿਆਨ, ਰਾਜਯੋਗ ਦਾ ਗਿਆਨ ਨਹੀਂ ਸੀ। ਜਦੋਂ ਉਹਨਾਂ ਨੂੰ ਰਾਜਯੋਗ ਦਾ ਗਿਆਨ ਮਿਲਿਆ, ਸੈਕਿੰਡ ਵਿੱਚ ਜੀਵਨ ਮੁਕਤੀ ਨੂੰ ਪਾ ਲਿਆ। ਭ੍ਰਿਸ਼ਟਾਚਾਰੀ ਦਾ ਸਿਰਫ ਇਹ ਅਰਥ ਨਹੀਂ ਜੋ ਰਿਸ਼ਵਤ ਆਦਿ ਖਾਂਦੇ ਨੇ, ਨਹੀਂ। ਬਾਪ ਕਹਿੰਦੇ ਨੇ ਜੋ ਮਨੁੱਖ ਮਾਤਰ ਨੇ ਸਭ ਭ੍ਰਿਸ਼ਟਾਚਾਰੀ ਨੇ, ਕਿਉਂਕਿ ਸਭ ਦੇ ਸਰੀਰ ਵਿਕਾਰਾਂ ਨਾਲ ਪੈਦਾ ਹੋਏ ਨੇ। ਤੁਹਾਡਾ ਸਰੀਰ ਵੀ ਵਿਕਾਰ ਤੋਂ ਪੈਦਾ ਹੋਇਆ ਹੈ, ਪਰ ਹੁਣ ਤੁਸੀਂ ਆਪਣੇ ਆਪ ਨੂੰ ਆਤਮਾ ਸਮਝ ਬਾਪ ਤੇ ਬਣੇ ਹੋ, ਦੇਹ ਅਭਿਮਾਨ ਛੱਡ ਦਿੱਤਾ। ਇਸ ਲਈ ਤੁਸੀਂ ਪਰਮ ਪਿਤਾ ਪਰਮਾਤਮਾ ਦੀ ਮੁੱਖ ਵੰਸ਼ਾਵਲੀ ਹੋ, ਈਸ਼ਵਰੀ ਸੰਤਾਨ ਹੋ। ਪਰਮ ਪਿਤਾ ਪਰਮਾਤਮਾ ਨੇ ਆਖੇ ਤੁਸੀਂ ਆਤਮਾਵਾਂ ਨੂੰ ਆਪਣਾ ਬਣਾਇਆ ਹੈ। ਇਹ ਬੜੀਆਂ ਗੂੜੀਆਂ ਗੱਲਾਂ ਨੇ। ਅਸੀਂ ਆਤਮਾ ਪਰਮ ਪਿਤਾ ਪਰਮਾਤਮਾ ਦੀ ਵੰਸ਼ਾਵਲੀ ਬਣੇ ਹਾਂ। ਆਤਮਾ ਕਹਿੰਦੀ ਹੈ ਬਾਬਾ। ਸਤਯੁਗ ਵਿੱਚ ਆਤਮਾ ਕੋਈ ਪਰਮਾਤਮਾ ਨੂੰ ਬਾਬਾ ਨਹੀਂ ਕਹੇਗੀ, ਉੱਥੇ ਤਾਂ ਜੀਵ ਆਤਮਾ ਨੂੰ ਬਾਬਾ ਕਹੇਗੀ। ਤੁਸੀਂ ਜੀਵ ਆਤਮਾ ਹੋ। ਹੁਣ ਬਾਬਾ ਨੇ ਕਿਹਾ ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰ, ਪਰਮਾਤਮਾ ਨੂੰ ਯਾਦ ਕਰੋ। ਸਭ ਤੋਂ ਉੱਤਮ ਜਨਮ ਤੁਸੀਂ ਬ੍ਰਾਹਮਣਾਂ ਦਾ ਹੈ। ਆਤਮਾ ਕਹਿੰਦੀ ਹੈ ਅਸੀਂ ਤੁਹਾਡੇ ਬੱਚੇ ਬਣੇ ਹਾਂ, ਗਰਭ ਤੋਂ ਥੋੜੀ ਨਿਕਲੇ ਹਾਂ। ਬਾਬਾ ਨੂੰ ਪਛਾਣ ਕੇ ਉਹਨਾਂ ਦੇ ਬੱਚੇ ਬਣੇ ਹਾਂ। ਸ਼ਿਵ ਬਾਬਾ, ਅਸੀਂ ਆਪ ਦੇ ਹਾਂ, ਆਪ ਦੀ ਹੀ ਮੱਤ ਤੇ ਚੱਲਾਂਗੇ। ਕਿੰਨੀਆਂ ਸੂਖਸ਼ਮ ਗੱਲਾਂ ਨੇ। ਬਾਬਾ ਨੇ ਕਿਹਾ ਜਦ ਬਾਪ ਕੋਲ ਜਾਂਦੇ ਹੋ ਇਹ ਨਿਸ਼ਚੈ ਕਰੋ ਅਸੀਂ ਸ਼ਿਵ ਬਾਬਾ ਦੇ ਸਾਹਮਣੇ ਬੈਠੇ ਹਾਂ। ਆਤਮਾ ਵੀ ਨਿਰਾਕਾਰ, ਸ਼ਿਵ ਬਾਬਾ ਵੀ ਨਿਰਾਕਾਰ। ਸ਼ਿਵ ਬਾਬਾ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੁੰਦੇ ਨੇ। ਯਾਦ ਨਹੀਂ ਕੀਤਾ
ਤਾਂ ਭ੍ਰਸ਼ਟਾਚਾਰੀ ਬਣੇ। ਕਿੰਨੀ ਗੱਲਾਂ ਨੇ, ਪਰ ਬਹੁਤੇ ਬੱਚਿਆਂ ਨੂੰ ਇਹ ਭੁੱਲ ਜਾਂਦਾ ਹੈ ਕਿ ਮੈਂ ਆਤਮਾ ਪਰਮ ਪਿਤਾ ਪਰਮਾਤਮਾ ਦੀ ਗੋਦ ਵਿੱਚ ਬੈਠੀ ਹਾਂ। ਭੁੱਲਣ ਦੇ ਕਾਰਨ ਉਹ ਨਸ਼ਾ, ਖੁਸ਼ੀ ਨਹੀਂ ਰਹਿੰਦੀ। ਬਾਬਾ ਨੂੰ ਯਾਦ ਕਰਨ ਦੀ ਆਦਤ ਪੈ ਜਾਏ ਤਾਂ ਦੇਹੀ ਅਭਿਮਾਨੀ ਬਣ ਜਾਈਏ। ਵਿਲਾਇਤ ਵਿੱਚ ਬਹੁਤ ਬੱਚੀਆਂ ਨੇ, ਸਨਮੁਖ ਨਹੀਂ ਹੈ, ਪਰ ਬਾਬਾ ਨੂੰ ਯਾਦ ਬਹੁਤ ਕਰਦੀਆਂ ਨੇ। ਬਾਬਾ ਨੂੰ ਬਹੁਤ ਪਿਆਰ ਨਾਲ ਯਾਦ ਕਰਨਾ ਹੈ, ਜਿਵੇਂ ਸਜਣੀ ਸਾਜਨ ਨੂੰ ਕਿੰਨਾ ਪਿਆਰ ਨਾਲ ਯਾਦ ਕਰਦੀ ਹੈ। ਚਿੱਠੀ ਨਹੀਂ ਆਂਦੀ, ਸਜਣੀ ਬਹੁਤ ਹੈਰਾਨ ਹੋ ਜਾਂਦੀ ਹੈ। ਤੁਸੀਂ ਸਜਣੀਆਂ ਨੂੰ ਤਾਂ ਧੱਕੇ ਖਾ ਖਾ ਕੇ ਸਾਜਨ ਮਿਲਿਆ, ਤਾਂ ਯਾਦ ਚੰਗੀ ਰਹਿਣੀ ਚਾਹੀਦੀ ਹੈ ਨਾ। ਚਲਨ ਵੀ ਬੜੀ ਚੰਗੀ ਚਾਹੀਦੀ ਹੈ। ਆਸੁਰੀ ਚਲਨ ਵਾਲੇ ਦਾ ਗਲਾ ਹੀ ਘੁੱਟ ਜਾਂਦਾ ਹੈ। ਬਾਬਾ ਚਲਨ ਨਾਲ ਸਮਝ ਜਾਂਦੇ ਨੇ, ਇਹ ਯਾਦ ਨਹੀਂ ਕਰਦੇ। ਇਸ ਲਈ ਧਾਰਨਾ ਨਹੀਂ ਹੁੰਦੀ, ਸਰਵਿਸ ਨਹੀਂ ਕਰ ਸਕਦੇ, ਤਾਂ ਪਦਵੀ ਵੀ ਨਹੀਂ ਪਾ ਸਕਣਗੇ। ਪਹਿਲੇ ਤਾਂ ਬਾਪ ਦਾ ਬੰਨਾ ਹੈ, ਬੀਕੇ ਬੰਨਾ ਪਵੇ। ਬੀਕੇ ਨੂੰ ਜ਼ਰੂਰ ਸ਼ਿਵ ਬਾਬਾ ਹੀ ਯਾਦ ਰਹੇਗਾ, ਕਿਉਂਕਿ ਦਾਦੇ ਤੋਂ ਵਰਸਾ ਲੈਣਾ ਹੈ। ਯਾਦ ਵਿੱਚ ਰਹਿਣਾ ਬੜੀ ਮਿਹਨਤ ਹੈ। ਭਾਵੇਂ ਕੋਈ ਨਾ ਸਮਝਣ, ਭੋਗ ਲੱਗਦਾ ਹੈ, ਅਸੀਂ ਉਹ ਖਾਂਦੇ ਹਾਂ, ਪਰ ਬੁੱਧੀ ਯੋਗ ਬਾਬਾ ਨਾਲ ਲੱਗ ਜਾਵੇਗਾ। ਨਹੀਂ, ਇਹ ਤਾਂ ਸ਼ੁੱਧ ਭੋਜਨ ਹੈ। ਕੋਈ ਇਹ ਨਾ ਸਮਝੇ ਕਿ ਜਿਹੜਾ ਭੋਗ ਲੱਗਦਾ ਹੈ ਅਸੀਂ ਉਹ ਖਾਂਦੇ ਹਾਂ ਤਾਂ ਸਾਡਾ ਵੀ ਯੋਗ ਬਾਬਾ ਨਾਲ ਲੱਗ ਜਾਏਗਾ। ਨਹੀਂ, ਉਹ ਤਾਂ ਸ਼ੁੱਧ ਭੋਜਨ ਹੈ, ਪਰ ਉਹ ਮਿਹਨਤ ਨਾ ਕਰੇ ਤਾਂ ਕੁਝ ਨਾ ਮਿਲਿਆ। ਸ੍ਰੇਸ਼ਟਾਚਾਰੀ ਯਾਦ ਨਾਲ ਹੀ ਬਣਾਂਗੇ। ਪਵਿੱਤਰਤਾ ਫਸਟ ਹੈ। ਆਤਮਾ ਨੂੰ ਸ਼ੁੱਧ ਬਣਾਉਣ ਦੇ ਲਈ ਯੋਗ ਦਾ ਬਲ ਚਾਹੀਦਾ ਹੈ। ਪਾਣੀ ਵਿੱਚ ਇਸ਼ਨਾਨ ਕਰਨ ਨਾਲ ਕੋਈ ਪਾਵਨ ਨਹੀਂ ਬਣ ਸਕਦੇ, ਹੋਰ ਹੀ ਪਤਿਤ ਆਤਮਾ ਬਣਦੀ ਹੈ। ਐਵੇਂ ਥੋੜੀ ਕਹਾਂਗੇ ਕਿ ਜੇਵਰ ਝੂਠਾ ਹੈ, ਸੋਨਾ ਸੱਚਾ ਹੈ। ਉਹ ਲੋਕ ਸਮਝਦੇ ਨੇ ਆਤਮਾ ਤਾਂ ਸ਼ੁੱਧ ਹੈ, ਪਰ ਇਹ ਸਰੀਰ ਜੇਵਰ ਇਹ ਝੂਠਾ ਹੈ। ਅਸੀਂ ਇਸ ਨੂੰ ਸਾਫ਼ ਕਰਦੇ ਹਾਂ, ਪਰ ਨਹੀਂ। ਜੇਕਰ ਆਤਮਾ ਸ਼ੁੱਧ ਹੁੰਦੀ, ਸਰੀਰ ਵੀ ਸ਼ੁੱਧ ਹੁੰਦਾ। ਇੱਥੇ ਇੱਕ ਵੀ ਸ੍ਰੇਸ਼ਟ ਨਹੀਂ ਹੈ। ਸਾਜੂਗ ਵਿੱਚ ਐਵੇਂ ਨਹੀਂ ਕਹਾਂਗੇ। ਉਹ ਤਾਂ ਸੰਪੂਰਨ ਨਿਰਵਿਕਾਰੀ ਨੇ। ਚੋਲਾ ਵਿਕਾਰੀ ਹੋਵੇ, ਆਤਮਾ ਫਿਰ ਪਵਿੱਤਰ ਕਿਵੇਂ ਹੋ ਸਕਦੀ ਹੈ? ਸੋਨਾ ਪਵਿੱਤਰ, ਜੇਵਰ ਝੂਠੇ ਬਣਨ, ਇਹ ਕਿਵੇਂ ਹੋ ਸਕਦਾ ਹੈ? ਇਹ ਚੰਗੀ ਤਰ੍ਹਾਂ ਸਮਝਾਣਾ ਹੈ। ਇਸ ਸਮੇਂ ਕੋਈ ਵੀ ਸ੍ਰੇਸ਼ਟਾਚਾਰੀ ਨਹੀਂ, ਬਾਪ ਨੂੰ ਨਹੀਂ ਜਾਣਦੇ, ਪਵਿੱਤਰ ਵੀ ਨਹੀਂ। ਤੁਸੀਂ ਬੱਚੇ ਜਾਣਦੇ ਹੋ, ਗਰੀਬ ਹੀ ਗੁਪਤ ਪੁਰਸ਼ਾਰਥ ਕਰਕੇ ਰਾਜ ਭਾਗ ਲੈਂਦੇ ਨੇ, ਬਾਕੀ ਤਾਂ ਸਭ ਦਾ ਵਿਨਾਸ਼ ਹੋਣਾ ਹੈ। ਇਹ ਗਿਆਨ ਹੈ ਭਾਰਤ ਦੇ ਲਈ। ਬਾਬਾ ਕਹਿੰਦੇ ਮੇਰੇ ਭਗਤਾਂ ਨੂੰ ਗਿਆਨ ਸੁਣਾਓ। ਸ਼ਿਵ ਦੇ ਪੁਜਾਰੀ ਹੋ ਜਾਂ ਦੇਵਤਾਵਾਂ ਦੇ ਪੁਜਾਰੀ ਹੋ, ਦੂਜੇ ਧਰਮਾਂ ਵਿੱਚ ਕਨਵਰਟ ਹੋ ਗਏ ਨੇ, ਉਹਨਾਂ ਵਿੱਚੋਂ ਵੀ ਨਿਕਲ ਆਣਗੇ। ਮੂਲ ਗੱਲ ਹੈ ਇੱਥੋਂ ਦੀ ਪਵਿੱਤਰਤਾ। ਅਪਵਿੱਤਰ ਮਨੁੱਖ ਉਹਨਾਂ ਨੂੰ ਆਪਣਾ ਗੁਰੂ ਬਣਾ ਕੇ ਮੱਥਾ ਟੇਕਦੇ ਨੇ। ਪਰਮਾਤਮਾ ਤਾਂ ਹੈ ਹੀ ਐਵਰ ਪਵਿੱਤਰ। ਉਹਨਾਂ ਨੂੰ ਸੰਪੂਰਨ ਨਿਰਵਿਕਾਰੀ ਵੀ ਨਹੀਂ ਕਹਿ ਸਕਦੇ। ਪਰਮਾਤਮਾ ਦੀ ਮਹਿਮਾ ਵੱਖ ਹੈ, ਦੇਵਤਾਵਾਂ ਦੀ ਮਹਿਮਾ ਵੱਖ ਗਾਈ ਜਾਂਦੀ ਹੈ। ਸੰਪੂਰਨ ਨਿਰਵਿਕਾਰੀ, ਉਹਨਾਂ ਨੂੰ ਫਿਰ ਵਿਕਾਰੀ ਜ਼ਰੂਰ ਬਣਨਾ ਹੈ। ਇਹ ਗੱਲਾਂ ਬੁੱਧੀ ਵਿੱਚ ਧਾਰਨ ਕਰ ਹੋਰਾਂ ਨੂੰ ਵੀ ਸਮਝਾਉਣੀਆਂ ਨੇ। ਯਾਦਵ ਤੇ ਕੌਰਵ, ਯਥਾ ਰਾਜਾ ਰਾਣੀ ਤਥਾ ਪਰਜਾ, ਸਭ ਨੇ ਵਿਨਾਸ਼ ਨੂੰ ਪਾਇਆ। ਬਾਕੀ ਜੈ ਜੈਕਾਰ ਪਾਂਡਵ ਸੈਨਾ ਦੀ ਹੋਈ। ਉਹਨੇ ਗੁਪਤ ਸ਼ਾਸਤਰਾਂ ਵਿੱਚ ਤਾਂ ਵਿਖਾ ਦਿੱਤਾ, ਪਾਂਡਵ ਪਹਾੜਾਂ ਤੇ ਗਲ ਮਰੇ। ਪਰਲੇ ਦਾ ਹਿਸਾਬ ਕੱਢ ਦਿੱਤਾ, ਪਰ ਪਰਲੇ ਤਾਂ ਹੁੰਦੀ ਨਹੀਂ। ਗੀਤਾ ਦਾ ਭਗਵਾਨ ਕਹਿੰਦੇ ਨੇ ਮੈਂ ਧਰਮ ਦੀ ਸਥਾਪਨਾ ਕਰਦਾ ਹਾਂ, ਪਤਿਤ ਦੁਨੀਆ ਵਿੱਚ ਆਇਆ ਹਾਂ ਪਾਵਨ ਰਾਜ ਬਣਾਉਣ, ਰਾਜਯੋਗ ਸਿਖਾਣ ਆਇਆ ਹਾਂ। ਇਹ ਜੋ ਪ੍ਰਦਰਸ਼ਨੀ ਹੁੰਦੀ ਹੈ ਉਸ ਵਿੱਚ ਰਾਜਯੋਗ ਵੀ ਸਿਖਾਇਆ ਜਾਂਦਾ ਹੈ। ਤੁਹਾਡਾ ਸਾਰਾ ਮਦਾਰ ਹੈ ਸਮਝਾਉਣ ਤੇ। ਬਾਬਾ ਨੇ ਕਿਹਾ ਇਹ ਚਿੱਤਰ ਬਣਾਓ, ਕਿਵੇਂ ਅਸੀਂ ਰਾਜਯੋਗ ਵਿੱਚ ਰਹਿੰਦੇ ਹਾਂ। ਉੱਪਰ ਵਿੱਚ ਸ਼ਿਵ ਬਾਬਾ ਦਾ ਚਿੱਤਰ ਹੋਵੇ। ਅਸੀਂ ਸ਼ਿਵ ਬਾਬਾ ਦੀ ਯਾਦ ਵਿੱਚ ਬੈਠੇ ਹਾਂ, ਉਹਨਾਂ ਦੀ ਮੱਤ ਤੇ ਚੱਲਦੇ ਹਾਂ। ਉਹ ਹੈ ਸ਼੍ਰੀ ਰੁਦਰ, ਜੋ ਸਾਨੂੰ ਆ ਕੇ ਸ੍ਰੇਸ਼ਟ ਬਣਾਉਂਦੇ ਨੇ। ਸ਼੍ਰੀ ਦਾ ਟਾਈਟਲ ਅਸਲ ਵਿੱਚ ਉਹਨਾਂ ਦਾ ਹੈ। ਇਹ ਭਾਰਤ ਇੰਨਾ ਕਿਉਂ ਡਿੱਗਿਆ? ਇੱਕ ਤਾਂ ਈਸ਼ਵਰ ਨੂੰ ਸਰਵਿਆਪੀ ਸਮਝ ਬੈਠੇ, ਦੂਜਾ ਆਪਣੇ ਆਪ ਨੂੰ ਵੀ ਈਸ਼ਵਰ ਮੰਨ ਬੈਠੇ। ਤੁਸੀਂ ਜਾਣਦੇ ਹੋ ਸਤਿਗੁਰੂ ਤਾਂ ਇੱਕ ਬਾਪ ਹੈ, ਉਹਨਾਂ ਦੀ ਇਹ ਜਨਮ ਭੂਮੀ ਹੈ। ਸੱਚੀ ਸਤਨਾਰਾਇਣ ਦੀ ਕਥਾ ਬਾਪ ਆ ਕੇ ਸੁਣਾ ਕੇ ਬੇੜਾ ਪਾਰ ਕਰਦੇ ਨੇ। ਬਾਪ ਕਹਿੰਦੇ ਨੇ ਪਤਿਤ ਪਾਵਨ ਤੁਸੀਂ ਮੈਨੂੰ ਕਹਿੰਦੇ ਹੋ ਨਾ, ਮੈਨੂੰ ਸਭ ਨੂੰ ਵਾਪਿਸ ਲੈ ਜਾਣਾ ਹੈ। ਇਹ ਹੈ ਕਿਆਮਤ ਦਾ ਸਮੇਂ।
ਹਿਸਾਬ ਕਿਤਾਬ ਚੁੱਕ ਕਰ ਅਸੀਂ ਵਾਪਿਸ ਜਾਂਦੇ ਹਾਂ। ਸਭ ਕਹਿੰਦੇ ਨੇ ਨਵ ਭਾਰਤ ਨਵੀਂ ਦਿੱਲੀ ਹੋਵੇ। ਹੁਣ ਨਵਾਂ ਭਾਰਤ ਤਾਂ ਸਵਰਗ ਹੀ ਸੀ, ਹੁਣ ਤਾਂ ਨਰਕ ਹੈ ਨਾ। ਭ੍ਰਸ਼ਟਾਚਾਰੀ ਬੰਦੇ ਜਾਂਦੇ ਨੇ। ਇਹ ਸਮਝਣ ਸਮਝਾਉਣ ਦੀਆਂ ਗੱਲਾਂ ਨੇ। ਆਤਮਾ ਤੇ ਪਰਮਾਤਮਾ ਦਾ ਰੂਪ ਕੋਈ ਵੀ ਨਹੀਂ ਜਾਣਦੇ। ਭਾਵੇਂ ਕਹਿ ਦਿੰਦੇ ਅਸੀਂ ਆਤਮਾ ਪਰਮਾਤਮਾ ਦੀ ਸੰਤਾਨ ਹਾਂ, ਪਰ ਨੌਲੇਜ ਤਾਂ ਚਾਹੀਦੀ ਹੈ ਨਾ। ਬਾਪ ਵਿੱਚ ਨੌਲੇਜ ਹੈ, ਆਤਮਾ ਵਿੱਚ ਨੌਲੇਜ ਕਿੱਥੇ ਹੈ? ਅਸੀਂ ਆਤਮਾ ਕਿੱਥੇ, ਕਿੰਨੇ ਪੁਨਰ ਜਨਮ ਲੈਂਦੀਆਂ ਹਾਂ, ਕਿੱਥੇ ਰਹਿੰਦੀਆਂ ਹਾਂ, ਫਿਰ ਕਿਵੇਂ ਆਂਦੀਆਂ ਹਾਂ, ਕਿਵੇਂ ਦੁਖੀ ਬਣਦੀਆਂ ਹਾਂ, ਕੁਝ ਵੀ ਸਮਝ ਨਹੀਂ ਹੈ। ਤੁਸੀਂ ਬੱਚੇ ਜਾਣਦੇ ਹੋ, ਬਾਬਾ ਸਾਨੂੰ ਆਤਮਾਵਾਂ ਨੂੰ ਪਵਿੱਤਰ ਬਣਾਉਣ ਆਇਆ ਹੈ, ਤਾਂ ਦੇਵੀ ਗੁਣ ਵੀ ਚਾਹੀਦੇ ਨੇ। ਮੈਂ ਦੇਵਤਾ ਬਣ ਰਿਹਾ ਹਾਂ, ਮੇਰੇ ਵਿੱਚ ਕੋਈ ਵੀ ਅਵਗੁਣ ਨਹੀਂ ਹੋਣਾ ਚਾਹੀਦਾ, ਨਹੀਂ ਤਾਂ 100 ਗੁਣਾ ਦੰਡ ਖਾਣਾ ਪਵੇਗਾ। ਪਵਿੱਤਰਤਾ ਦੀ ਪ੍ਰਤਿੱਗਿਆ ਕਰਕੇ ਫਿਰ ਕੋਈ ਬੁਰਾ ਕਰਤੱਵ ਕਰਦੇ ਨੇ, 100% ਅਪਵਿੱਤਰ ਬਣ ਪੈਂਦੇ ਨੇ। ਸਰਵਿਸ ਦੇ ਬਦਲੇ ਹੋ ਰਹੀ ਡਿਸਸਰਵਿਸ ਕਰਦੇ ਨੇ, ਫਿਰ ਪਦਵੀ ਵੀ ਭ੍ਰਸ਼ਟ ਹੋ ਜਾਂਦੀ ਹੈ। ਹਮੇਸ਼ਾ ਤੁਹਾਡੇ ਵਿੱਚ ਆਪਸ ਵਿੱਚ ਇੱਕ ਦੋ ਗਿਆਨ ਦੀ ਚਰਚਾ ਚੱਲਣੀ ਚਾਹੀਦੀ ਹੈ। ਅਸੀਂ ਬਾਬਾ ਕੋਲ ਆਏ ਹਾਂ, ਕੰਡਿਆਂ ਤੋਂ ਫੁੱਲ, ਮਨੁੱਖ ਤੋਂ ਦੇਵਤਾ ਬਣਨ, ਬਾਪ ਤੋਂ ਸਵਰਗ ਦਾ ਵਰਸਾ ਲੈਣ। ਇਹੀ ਗੱਲ ਇੱਕ ਦੋ ਨੂੰ ਸੁਣਾਣੀ ਚਾਹੀਦੀ ਹੈ। ਆਤਮਾ ਤੇ ਪਰਮਾਤਮਾ ਦਾ ਰੂਪ ਕੋਈ ਨਹੀਂ ਜਾਣਦੇ। ਭਾਵੇਂ ਕਹਿੰਦੇ ਨੇ ਆਤਮਾ ਪਰਮਾਤਮਾ ਦੀ ਸੰਤਾਨ ਹੈ, ਪਰ ਨੌਲੇਜ ਤਾਂ ਚਾਹੀਦੀ ਹੈ ਨਾ, ਧਾਰਨਾ ਚਾਹੀਦੀ ਹੈ। ਜੋ ਮਾਇਆਵੀ ਗੱਲਾਂ ਕਰਦੇ ਨੇ, ਕਿਸੇ ਨੂੰ ਦੁਖੀ ਕਰਦੇ ਨੇ, ਉਹਨਾਂ ਨੂੰ ਟ੍ਰੇਟਰ ਕਿਹਾ ਜਾਂਦਾ ਹੈ। ਇਹ ਵੀ ਵਿਖਾਇਆ ਹੈ। ਅਸਰਾ ਨੂੰ ਗਿਆਨ ਅੰਮ੍ਰਿਤ ਪਿਲਾਇਆ, ਫਿਰ ਉਹ ਬਾਹਰ ਜਾ ਕੇ ਗੰਦ ਕਰਦੇ ਸੀ। ਅਜਿਹੇ ਵੀ ਬਹੁਤ ਨੇ ਜੋ ਗਿਆਨ ਅੰਮ੍ਰਿਤ ਪੀਂਦੇ ਵੀ ਰਹਿੰਦੇ, ਡਿਸਸਰਵਿਸ ਵੀ ਕਰਦੇ ਰਹਿੰਦੇ। ਅਸਲ ਵਿੱਚ ਤੁਸੀਂ ਸਭ ਕੰਨਿਆਵਾਂ ਹੋ। ਅਦਰ ਕੁਮਾਰੀਆਂ ਦੇ ਵੀ ਮੰਦਰ ਬਣੇ ਹੋਏ ਨੇ। ਦਿਲਵਾੜਾ ਤਾਂ ਤੁਹਾਡਾ ਐਕਿਊਰੇਟ ਯਾਦਗਾਰ ਹੈ। ਤੁਹਾਡੇ ਵਿੱਚ ਕਿਸੇ ਦੀ ਬੁੱਧੀ ਵਿੱਚ ਮੁਸ਼ਕਿਲ ਬੈਠਦਾ ਹੈ, ਬੁੱਧੀ ਬੜੀ ਸਾਫ਼ ਚਾਹੀਦੀ ਹੈ। ਤੁਸੀਂ ਹੁਣ ਈਸ਼ਵਰੀ ਪਰਿਵਾਰ ਦੇ ਹੋ। ਖਿਆਲ ਕਰਨਾ ਚਾਹੀਦਾ ਹੈ ਸਾਡੀ ਚਲਨ ਕਿੰਨੀ ਚੰਗੀ ਹੋਣੀ ਚਾਹੀਦੀ ਹੈ। ਜੋ ਮਨੁੱਖ ਸਮਝਣ, ਇਹਨਾਂ ਨੂੰ ਬਰੋਬਰ ਸ਼੍ਰੀਮਤ ਮਿਲਦੀ ਹੈ। ਇੱਥੇ ਸ੍ਰੇਸ਼ਟ ਤੇ ਸ੍ਰੇਸ਼ਟ ਬਣਨ, ਤਾਂ ਹੀ ਉੱਥੇ ਪਦਵੀ ਮਿਲੇ। ਸ੍ਰੇਸ਼ਟ ਇੱਥੇ ਬਣਨਾ ਹੈ, ਗ੍ਰਸਥ ਵਿਵਹਾਰ ਵਿੱਚ ਰਹਿੰਦੇ ਅੰਤਿਮ ਜਨਮ ਪਵਿੱਤਰ ਬਣਨਾ ਹੈ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ, ਸ਼ੁੱਧ ਭੋਜਨ ਖਾਂਦੇ ਹੋਏ ਆਤਮਾ ਨੂੰ ਪਾਵਨ ਬਣਾਉਣ ਦੇ ਲਈ ਯਾਦ ਦੀ ਮਿਹਨਤ ਜ਼ਰੂਰ ਕਰਨੀ ਹੈ। ਯਾਦ ਨਾਲ ਹੀ ਸ੍ਰੇਸ਼ਟਾਚਾਰੀ ਬਣਨਾ ਹੈ, ਵਿਕਰਮ ਵਿਨਾਸ਼ ਕਰਨੇ ਨੇ। ਦੂਜਾ, ਇਸ ਕਿਆਮਤ ਦੇ ਸਮੇਂ ਜਦ ਕਿ ਘਰ ਵਾਪਸ ਜਾਣਾ ਹੈ, ਪੁਰਾਣਾ ਹਿਸਾਬ ਕਿਤਾਬ ਚੁਕਤੂ ਕਰ ਦੇਣਾ ਹੈ, ਆਪਸ ਵਿੱਚ ਗਿਆਨ ਦੀ ਚਰਚਾ ਕਰਨੀ ਹੈ, ਮਾਇਆਵੀ ਗੱਲਾਂ ਨਹੀਂ ਕਰਨੀਆਂ ਨੇ। ਵਰਦਾਨ ਹੈ, ਪਿਓਰਿਟੀ ਦੀ ਰਾਇਲਟੀ ਦੁਆਰਾ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਨੂੰ ਪ੍ਰਤੱਖ ਕਰਨ ਵਾਲੇ ਸੰਪੂਰਨ ਪਵਿੱਤਰ ਭਵ। ਪਿਓਰਿਟੀ ਦੀ ਰਾਇਲਟੀ ਦੁਆਰਾ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਨੂੰ ਪ੍ਰਤੱਖ ਕਰਨ ਵਾਲੇ ਸੰਪੂਰਨ ਪਵਿੱਤਰ ਭਵ। ਪਿਓਰਿਟੀ ਦੀ ਰਾਇਲਟੀ ਹੀ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਹੈ। ਜਿਵੇਂ ਕੋਈ ਰਾਇਲ ਫੈਮਿਲੀ ਦਾ ਬੱਚਾ ਹੁੰਦਾ ਹੈ, ਉਸ ਦੇ ਚਿਹਰੇ ਤੋਂ ਚਲਨ ਤੋਂ ਪਤਾ ਲੱਗਦਾ ਹੈ ਇਹ ਕੋਈ ਰਾਇਲ ਕੁਲ ਹੈ। ਅਜਿਹੇ ਬ੍ਰਾਹਮਣ ਜੀਵਨ ਦੀ ਪਰਖ ਪਿਓਰਿਟੀ ਦੀ ਝਲਕ ਤੋਂ ਹੁੰਦੀ ਹੈ। ਚਲਨ ਚਿਹਰੇ ਤੋਂ ਪਿਓਰਿਟੀ ਦੀ ਝਲਕ ਉਦੋਂ ਵਿਖਾਈ ਦੇਵੇਗੀ ਜਦੋਂ ਸੰਕਲਪ ਵਿੱਚ ਅਪਵਿੱਤਰਤਾ ਦਾ ਨਾਮ ਨਿਸ਼ਾਨ ਨਾ ਹੋਵੇ। ਪਿਓਰਿਟੀ ਮਤਲਬ ਕਿਸੇ ਵੀ ਤਰ੍ਹਾਂ ਦਾ ਵਿਕਾਰ, ਅਸ਼ੁੱਧੀ ਦਾ ਪ੍ਰਭਾਵ ਨਾ ਹੋਵੇ, ਤਾਂ ਕਹਾਂਗੇ ਸੰਪੂਰਨ ਪਵਿੱਤਰ। ਸਲੋਗਨ, ਹੋਲੀ ਹੰਸ ਉਹ ਨੇ ਜੋ ਵਿਅਰਥ ਨੂੰ ਸਮਰਥ ਵਿੱਚ ਪਰਿਵਰਤਨ ਕਰ ਦੇਣ। ਹੋਲੀ ਹੰਸ ਉਹ ਨੇ ਜੋ ਵਿਅਰਥ ਨੂੰ ਸਮਰਥ ਵਿੱਚ ਪਰਿਵਰਤਨ ਕਰ ਦੇਣ। ਹੁਣ ਸੁਣਦੇ ਹਾਂ ਮਾਤੇਸ਼ਵਰੀ ਜੀ ਦੇ ਅਨਮੋਲ ਮਹਾਵਾਕ। ਇਹ ਈਸ਼ਵਰੀ ਸਤਸੰਗ ਕੋਈ ਕਾਮਨ ਸਤਸੰਗ ਨਹੀਂ ਹੈ। ਆਪਣਾ ਜੋ ਈਸ਼ਵਰੀ ਸਤਸੰਗ ਹੈ ਇਹ ਕਾਮਨ ਸਤਸੰਗ ਨਹੀਂ ਹੈ। ਇਹ ਈਸ਼ਵਰੀ ਸਕੂਲ ਕਾਲਜ ਹੈ, ਜਿਸ ਕਾਲਜ ਵਿੱਚ ਅਸੀਂ ਰੈਗੂਲਰ ਸਟੱਡੀ ਕਰਨੀ ਹੈ। ਬਾਕੀ ਤਾਂ ਸਿਰਫ ਸਤਸੰਗ ਕਰਨਾ, ਥੋੜਾ ਸਮੇਂ ਸੁਣਿਆ ਫਿਰ ਜਿਵੇਂ ਦੇ ਸੀ ਉਵੇਂ ਹੀ ਬਣ ਜਾਂਦੇ ਨੇ, ਕਿਉਂਕਿ ਉੱਥੇ ਕੋਈ ਰੈਗੂਲਰ ਪੜ੍ਹਾਈ ਨਹੀਂ ਮਿਲਦੀ।
ਜਿੱਥੇ ਕੋਈ ਪ੍ਰਲਬਧ ਬਣੇ। ਇਸ ਲਈ ਆਪਣਾ satsang ਕੋਈ ਕਾਮਨ satsang ਨਹੀਂ ਹੈ, ਆਪਣਾ ਤਾਂ ਈਸ਼ਵਰੀ ਕਾਲਜ ਹੈ, ਜਿੱਥੇ ਪਰਮਾਤਮਾ ਬੈਠ ਸਾਨੂੰ ਪੜ੍ਹਾਉਂਦੇ ਨੇ। ਅਸੀਂ ਉਸ ਪੜ੍ਹਾਈ ਦੀ ਪੂਰੀ ਧਾਰਨਾ ਕਰ ਉੱਚ ਪਦਵੀ ਨੂੰ ਪ੍ਰਾਪਤ ਕਰਦੇ ਹਾਂ। ਜਿਵੇਂ ਰੋਜ਼ਾਨਾ ਸਕੂਲ ਵਿੱਚ ਮਾਸਟਰ ਪੜ੍ਹਾ ਕੇ ਡਿਗਰੀ ਦਿੰਦਾ, ਉਵੇਂ ਖੁਦ ਪਰਮਾਤਮਾ ਗੁਰੂ ਪਿਤਾ ਟੀਚਰ ਦੇ ਰੂਪ ਵਿੱਚ ਸਾਨੂੰ ਪੜ੍ਹਾ ਕੇ ਸਰਵੋਤਮ ਦੇਵੀ ਦੇਵਤਾ ਪਦਵੀ ਪ੍ਰਾਪਤ ਕਰਾਉਂਦੇ ਨੇ। ਇਸ ਲਈ ਇਸ ਸਕੂਲ ਵਿੱਚ ਜੁਆਇਨ ਹੋਣਾ ਜ਼ਰੂਰੀ ਹੈ। ਇੱਥੇ ਆਉਣ ਵਾਲਿਆਂ ਨੂੰ ਇਹ ਨੌਲੇਜ ਸਮਝਣਾ ਜ਼ਰੂਰੀ ਹੈ, ਇੱਥੇ ਕਿਹੜੀ ਸਿੱਖਿਆ ਮਿਲਦੀ ਹੈ, ਇਸ ਸਿੱਖਿਆ ਨੂੰ ਲੈਣ ਨਾਲ ਸਾਨੂੰ ਕੀ ਪ੍ਰਾਪਤੀ ਹੋਵੇਗੀ। ਅਸੀਂ ਤਾਂ ਜਾਣ ਚੁੱਕੇ ਹਾਂ, ਸਾਨੂੰ ਖੁਦ ਪਰਮਾਤਮਾ ਆ ਕੇ ਡਿਗਰੀ ਪਾਸ ਕਰਾਉਂਦੇ ਨੇ। ਫਿਰ ਇੱਕ ਹੀ ਜਨਮ ਵਿੱਚ ਸਾਰਾ ਕੋਰਸ ਪੂਰਾ ਕਰਨਾ ਹੈ, ਤਾਂ ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਸ ਗਿਆਨ ਦੇ ਕੋਰਸ ਨੂੰ ਪੂਰੀ ਤਰ੍ਹਾਂ ਉਠਾਉਂਦੇ ਨੇ, ਉਹ ਫੁੱਲ ਪਾਸ ਹੋਣਗੇ। ਬਾਕੀ ਜੋ ਕੋਰਸ ਦੇ ਵਿਚਕਾਰ ਆਣਗੇ, ਉਹ ਇੰਨੀ ਨੌਲੇਜ ਨੂੰ ਉਠਾਣਗੇ ਨਹੀਂ, ਉਹਨਾਂ ਨੂੰ ਪਤਾ ਅੱਗੇ ਦਾ ਕੋਰਸ ਕੀ ਚੱਲਿਆ। ਇਸ ਲਈ ਇੱਥੇ ਰੈਗੂਲਰ ਪੜ੍ਹਨਾ ਹੈ। ਇਸ ਨੌਲੇਜ ਨੂੰ ਜਾਣਨ ਨਾਲ ਹੀ ਅੱਗੇ ਵਧਾਂਗੇ। ਇਸ ਲਈ ਰੈਗੂਲਰ ਸਟੱਡੀ ਕਰਨੀ ਹੈ। ਅੱਛਾ, ਓਮ ਸ਼ਾਂਤੀ।